ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਦੇ ਦੂਜੇ ਹਿੱਸੇ ਵਿੱਚ ਇੱਕ ਵਾਰੀ ਫਿਰ ਤੋਂ ਸਵਾਗਤ। ਦੋਸਤੋ, ਅਸੀਂ ਗੱਲਬਾਤ ਕਰਨੀ ਹੈ ਜਿੱਦਾਂ ਤੁਹਾਡੇ ਨਾਲ ਪਹਿਲਾਂ ਜ਼ਿਕਰ ਕੀਤਾ ਸੀ ਸਰਦਾਰ ਕੁਲਦੀਪ ਸਿੰਘ ਸਿੱਧੂ ਹੁਣਾਂ ਨਾਲ, ਖਾਲਸਾ ਕ੍ਰੈਡਿਟ ਯੂਨੀਅਨ ਤੇ ਅਸੀਂ ਆਏ ਹਾਂ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਇੱਕ ਤਾਂ ਜਿਹੜਾ ਸਾਡਾ ਮੇਨ ਮੁੱਦਾ ਕਿ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀ ਖਬਰ ਫੈਲੀ ਸੀ ਕਿ 1 ਜੂਨ ਤੋਂ ਮੌਰਗੇਜ ਮਿਲਣੀ ਨਹੀਂ ਜਾਂ ਮੌਰਗੇਜ ਔਖੀ ਮਿਲਣੀ ਹੈ। ਇਹਦਾ ਕੀ ਮਤਲਬ ਆ? ਕਿੰਨੀ ਕੁ ਹੁਣ ਔਖੀ ਹੋ ਗਈ ਆ? ਦੂਜੀ ਗੱਲ, ਕੀ ਮਹਿੰਗੀ ਹੋ ਗਈ ਆ ਜਾਂ ਮਿਲਣੀ ਔਖੀ ਹੋ ਗਈ ਆ? ਕ੍ਰੈਡਿਟ ਸਕੋਰ ਸੰਬੰਧੀ ਕੁਛ ਗੱਲਾਂ ਬਾਤਾਂ ਕਰਨੀਆਂ। ਤੇ ਤੀਜੀ ਗੱਲ, ਜਿਹੜਾ ਰੀਫਾਈਨੈਂਸਿੰਗ ਸੰਬੰਧੀ ਬਹੁਤ ਸਾਰੀਆਂ ਇਸ ਵੇਲੇ ਚਰਚਾਵਾਂ ਚੱਲਦੀਆਂ। ਲੋਕ ਰੀਫਾਈਨੈਂਸ ਬਹੁਤ ਕਰਵਾ ਰਹੇ ਆ ਜਦੋਂ ਦੀਆਂ ਵਿਆਜ ਦਰਾਂ ਘਟੀਆਂ। ਰੀਫਾਈਨੈਂਸ ਦਾ ਕੀ ਮਤਲਬ ਆ, ਇਹਦੇ ਆਪਾਂ ਸਾਰੇ ਐਸਪੈਕਟਸ ਅੱਜ ਇਹਨਾਂ ਕੋਲੋਂ ਜਾਣਦੇ ਹਾਂ। ਸਿੱਧੂ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ। ਥੈਂਕ ਯੂ ਸਰ, ਥੈਂਕ ਯੂ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਦੱਸਿਓ ਕਿ ਮੌਰਗੇਜ ਹੁਣ 1 ਜੂਨ ਤੋਂ ਕੋਈ ਨਿਯਮ ਆਉਣਾ ਸੀ, ਉਹ ਆ ਗਿਆ ਤੇ ਕੀ ਹੁਣ ਔਖੀ ਹੋ ਗਈ ਆ ਕਿ ਮਹਿੰਗੀ ਹੋ ਗਈ? ਹਾਂਜੀ, ਜਸਕਰਨ ਜੀ, ਜਿਹੜੀ ਆਪਾਂ ਮੌਰਗੇਜ ਦੀ ਰਾਈਟ ਨੂੰ ਗੱਲ ਕਰਦੇ ਹਾਂ, ਜਿਹੜੀ 1 ਜੂਨ ਤੋਂ OSFI ਦੀਆਂ ਜਿਹੜੀ ਗਾਈਡਲਾਈਨਸ ਹੈਗਾ ਸੁਪਰੀਟੈਂਡੈਂਟ ਆਫ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੇ, ਉਹਨਾਂ ਨੇ ਜਿੰਨੇ ਵੀ ਆਪਣੀ ਇੰਸ਼ੋਰਡ ਤੇ ਅਨਇੰਸ਼ੋਰਡ ਮੌਰਗੇਜਸ ਨੇ, ਕਹਿਣ ਤੋਂ ਭਾਵ ਉਹ ਮੌਰਗੇਜਸ ਜਿਨ੍ਹਾਂ ਦੇ ਵਿੱਚ ਤੁਸੀਂ 20% ਡਾਊਨ ਪਾਉਣੇ ਜਾਂ 20% ਤੋਂ ਉੱਪਰ ਡਾਊਨ ਪਾਉਣੇ, ਉਹਨਾਂ ਸਾਰਿਆਂ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਹੁਣ ਥੋੜ੍ਹੀ ਔਖੀ ਹੋ ਗਈ ਹੈ। ਉਹ ਕਿਸ ਤਰ੍ਹਾਂ ਔਖੀ ਹੋਈ ਹੈ ਕਿ ਪਹਿਲਾਂ 4.79 ਤੇ ਕੁਆਲੀਫਾਈ ਕਰਕੇ ਬੰਦੇ ਨੂੰ ਰੇਟ ਤੇ ਮੌਰਗੇਜ ਕੁਆਲੀਫਾਈ ਕਰਕੇ ਉਹਨੂੰ ਮੌਰਗੇਜ ਅਪਰੂਵ ਹੋ ਜਾਂਦੀ ਸੀ। ਹੁਣ ਉਹ ਰੇਟ ਬਿਕੋਜ਼ ਆਫ ਦਾ ਰੈਡ ਹੌਟ ਮਾਰਕੀਟ ਗਵਰਨਮੈਂਟ ਵੱਲੋਂ ਡਿਸੀਜਨ ਲਿਆ ਗਿਆ ਕਿ ਉਹ ਰੇਟ ਹੈ ਜਿਹੜਾ ਬੈਂਚਮਾਰਕ ਉਹਨੂੰ ਵਧਾ ਦਿੱਤਾ। ਉਹ ਹੁਣ 5.25% ਔਰ 2% ਅਬਵ ਦਾ ਕੰਟਰੈਕਟ ਰੇਟ ਵਿਚ ਐਵਰ ਇਜ਼ ਹਾਇਰ। ਮਤਲਬ ਇਹ ਹੋਇਆ ਵੀ ਜਾਂ ਤਾਂ ਤੁਸੀਂ 5.25 ਤੇ ਉਹਦੀਆਂ ਕਿਸ਼ਤਾਂ ਬਣਾ ਕੇ ਉਸ ਹਿਸਾਬ ਨਾਲ ਉਹਦੀ ਇਨਕਮ ਨੂੰ GDS TDS ਕੈਲਕੂਲੇਟ ਕਰਨਗੀਆਂ ਬੈਂਕਸ, ਜਾਂ 2% ਜਿਹੜਾ ਤੁਹਾਨੂੰ ਕੰਟਰੈਕਟ ਰੇਟ ਕੀਤਾ, ਜੇ ਤੁਹਾਡੇ ਨਾਲ ਕੰਟਰੈਕਟ ਰੇਟ ਕੀਤਾ ਕਿਸੇ ਦੇ ਨੂੰ ਮੌਰਗੇਜ ਤੇ 2% ਦੇਵਾਂਗੇ ਤਾਂ ਉਹਦੇ ਉੱਤੇ 2% ਤੇ ਕੁਆਲੀਫਾਈ ਕਰਨਾ, ਵਿਚ ਐਵਰੇਜ ਹਾਇਰ ਜਿਹੜਾ ਇਹਨਾਂ ਦੋਨੋਂ ਤੋਂ ਵੱਧ ਹੈ। ਸੋ ਅਲਟੀਮੇਟਲੀ ਇਨ ਦਿਸ ਸਿਨੈਰੀਓ ਸੋ ਵੀ ਕੈਨ ਸੇ 5.25 5.25 ਹੀ ਵੱਧ ਰੇਟ ਹੈ। ਸੋ ਜੇ ਕਿਸੇ ਨੇ ਪਹਿਲਾਂ ਕਿਸੇ ਕਿ ਜੇ ਕਿਸੇ ਨੇ 1 ਲੱਖ ਦੀ ਮੌਰਗੇਜ ਲੈਣੀ ਆ ਤਾਂ 4.79 ਦੇ ਰੇਟ ਦੇ ਹਿਸਾਬ ਨਾਲ ਉਹਦੀਆਂ ਕਿਸ਼ਤਾਂ ਬਣਾ ਲੈਂਦੇ ਸੀ। ਉਹਨੂੰ ਫਿਰ ਇਨਕਮ ਤੇ GDS TDS ਦੇ ਹਿਸਾਬ ਨਾਲ ਜੋ ਵੀ ਬੈਂਚਮਾਰਕ ਹਰ ਬੈਂਕ ਦਾ ਆਪਣਾ ਹੈਗਾ 35%, 42%, 35% GDS, 42% TDS ਹੈ ਨਾ, ਉਸ ਤੇ ਉਹ ਜਿਹੜੀ ਇੰਸਟਾਲਮੈਂਟ ਬਣਦੀ ਸੀ 4.79 ਤੇ ਪਹਿਲਾਂ ਉਹਨੂੰ ਕੁਆਲੀਫਾਈ ਕਰਦੇ ਸੀ। ਜੇ ਉਹਦੀ ਉਹ ਵਿਦਨ ਰੇਸ਼ੀਓ ਵਿੱਚ ਆ ਜਾਂਦੀ ਸੀ ਤਾਂ ਉਹਨੂੰ ਮੌਰਗੇਜ ਅਪਰੂਵ ਹੋ ਜਾਂਦੀ ਸੀ। ਹੁਣ ਉਹੀ ਜਿਹੜੀ ਕਿਸ਼ਤ ਇੰਸਟਾਲਮੈਂਟ ਬਣਨੀ ਆ ਉਹ 5.25 ਤੇ ਬਣਨੀ ਆ। ਸੋ ਮਤਲਬ ਇਹਦਾ ਇਹ ਹੋ ਗਿਆ ਕਿ ਉਹ ਹੁਣ ਵੱਧ ਰੇਟ ਤੇ ਉਹਨੂੰ ਕੁਆਲੀਫਾਈ ਕਰਨਗੇ। ਸੋ ਉਹਦੇ ਨਾਲ ਉਹਦੀ ਕਿਸ਼ਤ ਵੱਧ ਜੂਗੀ। ਇਨਕਮ ਤਾਂ ਉੱਥੇ ਹੀ ਖੜੀ ਆ, ਜਦੋਂ ਕਿਸ਼ਤ ਵੱਧ ਜੂਗੀ ਤਾਂ ਉਹ ਘੱਟ ਅਮਾਊਂਟ ਨੂੰ ਕੁਆਲੀਫਾਈ ਕਰੂਗਾ। ਜੇ ਤੁਸੀਂ ਵੈਸੇ ਹੀ ਇੱਕ ਰਫਲੀ ਜੀ ਜਾਂ ਕਿਸੇ ਬੰਦੇ ਦੀ $1,00,000 ਦੀ ਇਨਕਮ ਹੈਗੀ ਆ ਤਾਂ ਅਪਰੋਕਸੀਮੇਟਲੀ 40 ਤੋਂ 45 ਹਜ਼ਾਰ ਡਾਲਰ ਉਹਨੂੰ ਘੱਟ ਮੌਰਗੇਜ ਮਿਲੂਗੀ। ਹੁਣ ਮਤਲਬ ਜਿਹਦੀ ਲੱਖ ਇਨਕਮ ਹੈਗੀ ਉਹਦੀ ਕਿੰਨੀ ਕੁ ਪਹਿਲਾਂ ਹੁੰਦੀ ਸੀ ਤੇ ਜਿੰਨੀ ਹੁਣ ਹੁੰਦੀ ਉਹਦੇ 40-45 ਹਜ਼ਾਰ ਦਾ ਫਰਕ ਇੰਨਾ ਕੁ ਫਰਕ ਪਊਗਾ। ਹਾਂਜੀ, ਮਤਲਬ ਕਿ ਘੱਟ ਨੂੰ ਉਹ ਕੁਆਲੀਫਾਈ ਕਰੂਗਾ। ਮਤਲਬ ਜੇ ਉਹ 5 ਲੱਖ ਨੂੰ ਕਰਦਾ ਸੀ ਪਹਿਲਾਂ ਤਾਂ ਹੁਣ 4.5 ਲੱਖ, ਹੁਣ 4.5 ਨੂੰ 4.60 ਸਮਥਿੰਗ ਲਾਈਕ ਦੈਟ ਇੱਥੇ ਕਰੇਗਾ। ਤੇ ਜਿਹੜੀ ਇਹਦਾ ਮਤਲਬ ਕੀ ਆ ਕਿ ਇਹਦੇ ਨਾਲ ਮਤਲਬ ਮੌਰਗੇਜ ਨੂੰ ਤਾਂ ਕੋਈ ਫਰਕ ਨਹੀਂ ਪਿਆ? ਨੋ, ਹੁਣ ਆਹੀ ਪੁਆਇੰਟ ਹੈ। ਜਦੋਂ ਆਪਾਂ ਗੱਲ ਕਰਦੇ ਨੇ ਵੀ ਸਟ੍ਰੈਸ ਟੈਸਟ ਇੱਕ ਕੁਆਲੀਫਿਕੇਸ਼ਨ ਹੈ ਬਸ। ਉਹਨਾਂ ਨੇ ਬੈਂਕਸ ਨੇ ਜਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ ਉਸ ਰੇਟ ਤੇ ਕਿਸ਼ਤ ਬਣਾ ਕੇ ਕੁਆਲੀਫਾਈ ਕਰ ਦੇਣਾ। ਤੁਹਾਨੂੰ ਰੇਟ ਤਾਂ ਡਿਫਰੈਂਟ ਲੱਗਣਾ, ਮੌਰਗੇਜ ਮਹਿੰਗੀ ਨਹੀਂ ਹੋਈ। ਉਹ ਜੋ ਅੱਜ ਕੱਲ੍ਹ ਦੇ ਰੇਟ ਚੱਲਦੇ ਨੇ, ਜਾਂ ਤਾਂ ਤੁਸੀਂ ਵੇਰੀਏਬਲ ਲੈਂਦੇ ਹੋ, ਵੇਰੀਏਬਲ ਕਲੋਜ਼ਡ ਲੈਂਦੇ ਹੋ, ਜਾਂ ਤੁਸੀਂ ਫਿਕਸ ਕਲੋਜ਼ ਲੈਂਦੇ ਹੋ, ਉਹਨਾਂ ਦੇ ਰੇਟ ਲਗਭਗ ਜੋ ਉਹਨਾਂ 'ਚ ਕੋਈ ਬਾਹਲਾ ਵੇਰੀਏਸ਼ਨ ਨਹੀਂ ਆਇਆ, ਉਹ ਉੱਥੇ ਕੀ ਵੇਰੀ ਕਰਦੇ ਨੇ। ਸੋ ਐਕਚੁਅਲ 'ਚ ਜਿਹੜੀ ਤੁਹਾਡੀ ਪਾਕਟ 'ਤੇ ਅਸਰ ਪੈਣਾ ਉਹਦਾ ਕੋਈ ਅਸਰ ਹਜੇ ਨਹੀਂ ਹੈਗਾ। ਉਹ ਹਜੇ ਮਹਿੰਗੇ ਨਹੀਂ ਹੋਏ। ਡਾਊਨ ਦਾ ਲਾਈਨ ਕੱਲ੍ਹ ਨੂੰ ਬੈਂਕਸ ਅਗਰ ਉਹ ਰੇਟ ਚੱਕਦੀਆਂ ਨੇ ਦੈਟਸ ਅ ਡਿਫਰੈਂਟ ਸਟੋਰੀ, ਬਟ ਫਰੋਮ ਦਾ ਪਾਸਟ ਲਾਈਕ 1 or 2 weeks it's the same as per the last 1 or 2 weeks। ਜਿਹੜੀ ਤੁਸੀਂ ਟਰਮ ਕੁਆਲੀਫਿਕੇਸ਼ਨ ਵਰਤ ਰਹੇ ਇਹਦਾ ਕੀ ਮਤਲਬ ਜੀ, ਵੀ ਇੰਨੇ ਤੇ ਕੁਆਲੀਫਾਈ ਕਰਨਾ? ਹਾਂਜੀ, ਉਹ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਪੋਜ਼ ਤੁਸੀਂ ਇੱਕ ਰਫਲੀ ਐਗਜ਼ਾਮਪਲ ਲੈ ਲਓ ਕਿ ਤੁਸੀਂ ਮਿਲੀਅਨ ਦਾ ਘਰ ਲੈ ਰਹੇ ਹੋ। ਹਾਂਜੀ, ਤੁਸੀਂ ਕਹਾਂ ਜੀ ਮੈਂ 2 ਲੱਖ ਪਾਉਣਾ ਜੀ, ਠੀਕ ਹੈ ਜੀ, 2 ਲੱਖ ਡਾਊਨ ਪਾਉਣਾ ਵਿਚ ਇਜ਼ 20%।
ਸੋ 8 ਲੱਖ ਦੀ ਤੁਹਾਨੂੰ ਮੌਰਗੇਜ ਚਾਹੀਦੀ ਹੈ। ਹਾਂਜੀ। ਹੁਣ ਜਦੋਂ ਬੈਂਕ ਨੇ ਤੁਸੀਂ ਮੇਰੇ ਕੋਲੇ ਆਏ, ਮੈਂ ਤੁਹਾਨੂੰ ਕਿਹਾ ਜੀ ਤੁਹਾਡਾ ਰੇਟ ਵੇਰੀਏਬਲ ਹੈ ਜਿਹੜਾ ਉਹ ਪ੍ਰਾਈਮ -66 ਹੈ ਵਿਚ ਇਜ਼ ਇਕੁਅਲ ਟੂ ਅੱਜ ਦੀ ਰੇਟ ਦੇ ਵਿੱਚ 1.79, ਇਹ ਤੁਹਾਨੂੰ ਰੇਟ ਲੱਗੂਗਾ। ਉਹਦਾ ਮਤਲਬ ਤਾਂ ਇਹ ਹੋਇਆ ਕਿ ਇਸ ਰੇਟ ਦੀਆਂ ਕਿਸ਼ਤਾਂ ਤੁਸੀਂ ਐਕਚੁਅਲ ਚ ਦੇਵੋਗੇ ਸਾਨੂੰ, ਐਕਚੁਅਲ ਚ ਦਿਆ ਕਰਨੀ ਹੈ। ਠੀਕ ਹੈ ਜੀ। ਐਕਚੁਅਲ ਚ ਤੁਹਾਨੂੰ ਇੰਟਰਸਟ 1.79 ਲੱਗ ਰਿਹਾ। ਨੋ ਹੁਣ ਉਹ ਜਿਹੜੀ ਪਹਿਲੀ ਪ੍ਰੀ ਕੰਡੀਸ਼ਨ ਹੈ, ਜਿਹੜੀ ਪਹਿਲੀ ਚੀਜ਼ ਹੈ ਜਦੋਂ ਉਹਨੂੰ ਕੁਆਲੀਫਾਈ ਕਰਨਾ, ਪਰ ਉਦੋਂ ਬੈਂਕਸ ਨੇ, ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ 5.25 ਤੇ ਕਿਸ਼ਤ ਬਣਾਉਣੀ ਆ ਵੀ ਕਿੰਨੀ ਬਣਦੀ ਆ 8 ਲੱਖ ਦੀ। ਫਿਰ ਤੁਹਾਡੀ ਇਨਕਮ ਕਿੰਨੀ ਆ, ਫੈਮਿਲੀ ਜੋ ਵੀ ਤੁਸੀਂ ਜਿਹੜੇ ਵੀ ਟਾਈਟਲ ਤੇ ਹੈਗੇ ਜਾਂ ਕੋਈ ਗਰੰਟਰ ਪਾਉਣੇ ਆ ਉਹਨਾਂ ਦੀ ਇਨਕਮ ਦੇਖਣੀ ਆ ਮੰਥਲੀ। ਫਿਰ ਉਹਨੂੰ GDS ਮੈਕਸਿਮਮ 35% ਤੱਕ ਹੋਣਾ ਚਾਹੀਦਾ, ਠੀਕ ਹੈ ਜੀ, ਤਾਂ ਤੁਹਾਨੂੰ 8 ਲੱਖ ਦੀ ਮਿਲੂਗੀ। ਮਤਲਬ ਕਿ ਵਿਆਜ ਭਾਵੇਂ ਮੈਂ ਪੌਣੇ 2% ਦੇਣਾ ਆ, ਪਰ ਮੈਨੂੰ ਪਹਿਲਾਂ 5% ਤੇ 5.255 ਤੇ ਚੈੱਕ ਕਰਨਾ ਵੀ ਕੀ ਇਹ ਇੱਥੇ ਕਿਸ਼ਤ ਦੇ ਸਕਦਾ। ਯੈਸ। ਹੁਣ ਉਹਦਾ ਮਤਲਬ ਕੀ ਹੈ ਜੀ, ਕਿਉਂ ਇਹ ਗਵਰਨਮੈਂਟ ਨੇ ਕੀਤਾ? ਹੁਣ ਕਈ ਚੀਜ਼ਾਂ ਆ ਜਾਂਦੀਆਂ ਨੇ ਵੀ ਦੇਖੋ, ਇਹ ਅਲਟੀਮੇਟਲੀ ਤਾਂ ਬੋਰੋਅਰ ਦੀ ਪ੍ਰੋਟੈਕਸ਼ਨ ਹੈ। ਹੁਣ ਜਦੋਂ ਔਸਫੀ ਨੇ ਸਾਰਾ ਕੁਝ ਦੇਖਿਆ, ਉਹ ਫਿਰ ਉਹ ਦੇਖਦੇ ਨੇ ਕਿ ਬੰਦੇ ਦਾ ਬਾਈ ਦੀ ਵੇ ਠੀਕ ਆ, ਅੱਜ ਰੇਟ 1.79 ਆ, ਕੱਲ ਨੂੰ ਡਾਊਨ ਦਾ ਲਾਈਨ 4 ਸਾਲਾਂ ਨੂੰ ਇਕਨੋਮਿਕ ਸਰਕਮਸਟੈਂਸਸ ਇਹੋ ਜਿਹੇ ਹੋ ਜਾਣ ਕਿ ਰੇਟ ਹੈ ਜਿਹੜਾ ਉਹ ਵੱਧ ਜਾਵੇ, ਤਾਂ ਕੀ ਉਹ ਬੰਦਾ ਅਫੋਰਡ ਕਰ ਲੂਗਾ ਪੇਮੈਂਟਸ ਦੇਣੀਆਂ? ਅੱਜ ਦੀ ਇਨਕਮ ਦੇ ਹਿਸਾਬ ਦੇ ਨਾਲ ਅਸੀਂ ਉਹਦੀ ਡਿਸਪੋਜ਼ੇਬਲ ਇਨਕਮ ਦੇ ਹਿਸਾਬ ਦੇ ਨਾਲ ਦੇਖ ਲਿਆ ਕਿ ਉਹਦਾ ਜੀ GDS 35% ਹੈ। ਸੋ ਬਿਟ ਮੀਨ ਕਿ ਉਹ ਬੰਦਾ ਆਪਣੀਆਂ ਬਾਕੀ ਸਾਰੀਆਂ ਓਬਲੀਗੇਸ਼ਨਸ ਨੂੰ, ਫਾਈਨੈਂਸ਼ੀਅਲ ਓਬਲੀਗੇਸ਼ਨਸ ਨੂੰ ਪੂਰਾ ਕਰਕੇ ਆਪਣੀ ਮੌਰਗੇਜ ਦੀ ਪੇਮੈਂਟ ਦੇ ਕੇ ਆਪਦਾ ਸੁਖੀ ਨਿਰਵਾਹ ਕਰ ਸਕਦਾ ਹੈ ਨਾ। ਸੋ ਜਦੋਂ ਉਹ ਫਿਰ ਬੈਂਕਸ ਨੇ ਬੋਰੋਅਰ ਨੂੰ ਪ੍ਰੋਟੈਕਟ ਕਰਨ ਦੇ ਲਈ ਉਹ ਫਿਰ ਜ਼ਿਆਦਾ ਰੇਟ ਤੇ ਸਟ੍ਰੈਸ ਪਾਇਆ ਉਹਦੇ ਤੇ, ਉਹਨੂੰ ਕੁਆਲੀਫਿਕੇਸ਼ਨ ਕਰਨ ਦੇ ਲਈ, ਠੀਕ ਹੈ ਨਾ, ਕਿ ਡਾਊਨ ਦਾ ਲਾਈਨ 2-4 ਸਾਲਾਂ ਤੱਕ ਵੱਧ ਜੇ ਤਾਂ ਬੰਦੇ ਇਹ ਨਾ ਹੋਵੇ ਕਿ ਲੋਕ ਘਰ ਛੱਡ ਕੇ ਭੱਜ ਜਾਣ, ਸਿੰਪਲ ਟਰਮੀਨੋਲੋਜੀ ਦੇ ਵਿੱਚ, ਹੈ ਨਾ, ਤੇ ਉਹ ਅਫੋਰਡ ਕਰ ਸਕਣ ਪੇਮੈਂਟ ਤੇ ਆਪਣੀ ਜ਼ਿੰਦਗੀ ਦਾ ਨਿਰਵਾਹ ਕਰ ਸਕਣ। ਇਹਦਾ ਫਰਕ ਜਿਹੜਾ ਪਹਿਲੀ ਵਾਰੀ ਘਰ ਲੈਂਦਾ ਉਹਨੂੰ ਪਊਗਾ, ਦੂਜੀ ਵਾਰ ਵਾਲੇ ਨੂੰ, ਜਾਂ ਸਾਰਿਆਂ ਨੂੰ ਹੀ ਪਊਗਾ ਜੀ? ਦੇਖੋ ਟੈਕਨੀਕਲੀ ਇਹ ਨਾ ਸਾਰਿਆਂ ਨੂੰ ਪੈਣਾ, ਇਹਦਾ ਸਾਰਿਆਂ ਨੂੰ ਹੀ ਪੈਣਾ, ਚਾਹੇ ਉਹਦੇ ਕੋਲੇ ਪਹਿਲਾਂ ਘਰ ਹੈਗਾ, ਚਾਹੇ ਉਹਦੇ ਕੋਲੇ ਉਹਨੇ ਨਵਾਂ ਲੈਣਾ। ਹਾਂ, ਜਦੋਂ ਕੈਲਕੂਲੇਸ਼ਨ ਕਰਨੀ ਹੈ, ਜਿਹਦੇ ਕੋਲੇ ਪਹਿਲਾ ਘਰ ਹੈਗਾ ਅਗਰ ਉਹਨੇ ਦੂਸਰੀ ਪ੍ਰਾਪਰਟੀ ਲੈਣੀ ਆ, ਦੈਨ ਉਹਦੇ 'ਚ ਇੱਕ ਐਡੀਸ਼ਨਲ ਐਡਵਾਂਟੇਜ ਇਹ ਆ ਜਾਂਦਾ ਕਿ ਉਹ ਜਿਹੜੀ ਦੂਸਰੀ ਪ੍ਰਾਪਰਟੀ ਆ ਉਹ ਰੈਂਟ ਲਈ ਕਰੂਗਾ ਨਾ, ਉਹ 2 ਘਰ 'ਚ ਤਾਂ ਰਹੂਗਾ ਨਹੀਂ। ਸੋ ਉਹਨੂੰ ਲਿਟਲ ਬਿਟ ਰੈਂਟਲ ਇਨਕਮ ਦੇ ਕਰਕੇ ਕੁਆਲੀਫਿਕੇਸ਼ਨ ਦੇ ਵਿੱਚ ਹੈਲਪ ਹੋ ਜੂਗੀ ਜੀ। ਸਮ ਬੈਂਕਸ ਜਿਹੜੀ ਰੈਂਟਲ ਇਨਕਮ ਆਉਂਦੀ ਆ ਤੁਹਾਡੀ ਉਹਨੂੰ ਜੋੜਦੇ ਆ ਤੁਹਾਡੀ ਇਨਕਮ ਦੇ ਵਿੱਚ, ਸਮ ਬੈਂਕਸ ਉਹਨੂੰ ਆਫਸੈਟ ਕਰਦੇ ਆ ਜਿਹੜੀ ਤੁਹਾਡੀ ਇੰਸਟਾਲਮੈਂਟ ਬਣਦੀ। ਸੋ ਇਟ ਡਿਪੈਂਡਸ। ਇਹ ਸਰਕਾਰ ਕਰਦੀ ਕਿਉਂ ਆ ਵੀ ਲੋਕ ਘਰ ਨਾ ਲੈਣ? ਨੋ ਜੀ, ਨੋ, ਜਾਂ ਔਖੇ ਲੈਣ? ਦੇਖੋ ਮਤਲਬ ਆਮ ਤੌਰ ਤੇ ਅਸੀਂ ਸੁਣਦੇ ਆ ਵੀ ਲੋਕ ਕਹਿੰਦੇ ਘਰਾਂ ਦੀ ਮਾਰਕੀਟ ਬਹੁਤ ਜ਼ਿਆਦਾ ਤੇਜ਼ ਹੋਈ ਆ, ਇਹਨੂੰ ਠੰਡਾ ਕਰਨ ਦੇ ਲਈ ਸਰਕਾਰ ਇਦਾਂ ਕਰ ਰਹੀ। ਇਹਦਾ ਕੀ ਮਤਲਬ ਹੈ? ਦੇਖੋ ਇਹਨੂੰ ਲੇਮੈਨ ਦੀ ਲੈਂਗੁਏਜ ਤੁਸੀਂ ਕਹਿ ਸਕਦੇ ਹੋ। ਅੱਛਾ ਜੀ। ਪਰ ਜੇ ਤੁਸੀਂ ਟੈਕਨੀਕਲੀ ਥੋੜਾ ਜਿਹਾ ਡੀਪ ਜਾਂਦੇ ਹੋ ਤਾਂ ਅਲਟੀਮੇਟਲੀ ਤਾਂ ਬੋਰੋਅਰ ਦੀ ਪ੍ਰੋਟੈਕਸ਼ਨ ਹੈ, ਲੋਕਾਂ ਦੀ ਪ੍ਰੋਟੈਕਸ਼ਨ ਹੈ, ਉਹਨਾਂ ਦੀ ਸਹੂਲਤ ਵਾਸਤੇ ਕਰਦੇ ਨੇ। ਠੀਕ ਹੈ ਨਾ, ਕਿ ਕੱਲ ਨੂੰ ਇਹ ਨਾ ਹੋਵੇ ਕਿ ਇਕਨੋਮਿਕ ਪ੍ਰੈਡਿਕਸ਼ਨਸ, ਹੁਣ ਪੈਂਡੈਮਿਕ ਆਇਆ, ਨੋਬਡੀ ਪ੍ਰੈਡਿਕਟ, ਰਾਈਟ? ਅੱਜ ਤੋਂ 3 ਸਾਲ ਪਹਿਲਾਂ ਕਿਸੇ ਨੂੰ ਕੋਈ ਗੱਲ ਹੀ ਨਹੀਂ ਸੀ ਇਸ ਚੀਜ਼ ਦੀ, ਹੈ ਨਾ। ਸੋ ਸਮਟਾਈਮ ਕੋਈ ਇਹੋ ਜਿਹੀ ਸਿਚੁਏਸ਼ਨ ਵਿਚ ਇਜ਼ ਆਊਟ ਆਫ ਦਾ ਹੈਂਡ, ਕੋਈ ਇਹੋ ਜਿਹੀ ਸਿਚੁਏਸ਼ਨ ਰਾਈਜ਼ ਹੋ ਜਾਂਦੀ ਹੈ, ਦੈਨ ਮੇਬੀ ਬਿਕੋਜ਼ ਦੈਟ ਰਿਜ਼ਲਟ ਟੂ ਇਨਕਰੀਜ਼ ਇਨ ਦਾ ਰੇਟ ਆਫ ਇੰਟਰਸਟ, ਤੇ ਫਿਰ ਉਦੋਂ ਨਾ ਉਹ ਲੋਕੀ ਪ੍ਰੋਬਲਮਸ ਦੇ ਵਿੱਚ ਆਉਣ। ਸੋ ਦੈਟਸ ਵਾਈ ਦ ਗਵਰਨਮੈਂਟ ਹੈਜ਼ ਟੂ ਥਿੰਕ ਆਲ ਦਾ ਵੇਜ਼, ਰਾਈਟ? ਉਹ ਇੱਕ ਫੈਕਟਰ ਲੈਣ ਤਾਂ ਸੋਚੂਗੀ ਨਹੀਂ। ਇੱਕ ਹੋਰ ਗੱਲ ਦੱਸੋ, ਰੀਫਾਈਨੈਂਸ ਲੋਕ ਬਹੁਤ ਕਰਵਾਉਣਾ ਚਾਹੁੰਦੇ ਆ। ਹਾਂਜੀ। ਵੀ ਜਿਹਨੂੰ ਫਿਰ ਲੇਮੈਨ ਦੀ ਭਾਸ਼ਾ ਦੇ ਵਿੱਚ ਕਿਹਾ ਜਾਵੇ ਕਿ ਘਰ ਦੇ ਵਿੱਚੋਂ ਪੈਸੇ ਕੱਢਣੇ, ਜਾਂ ਆਪਣਾ ਜਿਹੜਾ ਕਿਸ਼ਤਾਂ ਆ ਉਹ ਘੱਟ ਕਰਾਉਣੀਆਂ, ਪੇਮੈਂਟਾਂ ਘੱਟ ਕਰਾਉਣੀਆਂ, ਕੀ ਉਹਦੇ ਉੱਤੇ ਵੀ ਇਸ ਚੀਜ਼ ਦਾ ਅਸਰ ਪਿਆ? ਹਾਂਜੀ, ਕੋਈ ਵੀ ਮੁੜ ਕੇ ਜਾ, ਚਾਹੇ ਤੁਸੀਂ ਰੀਫਾਈਨੈਂਸ ਕਰਨੀ ਹੈ, ਚਾਹੇ ਤੁਸੀਂ ਨਵੀਂ ਲੈਣੀ ਆ ਜੀ, ਉਹਦੀ ਜਦੋਂ ਕੁਆਲੀਫਿਕੇਸ਼ਨ ਹੋਣੀ ਆ ਤਾਂ ਉਹ 5.25 ਦੇ ਹਿਸਾਬ ਨਾਲ ਹੋਏਗੀ। ਜਿਹੜਾ ਰੀਫਾਈਨੈਂਸ ਆ, ਮੰਨ ਲਓ ਮੈਂ ਇੱਕ ਘਰ ਦੇ ਵਿੱਚ ਰਹਿਣਾ, ਹਾਂਜੀ, ਉਹਦੀ 8 ਲੱਖ ਕੀਮਤ ਆ, ਠੀਕ ਹੈ ਜੀ, ਤੇ 3 ਲੱਖ ਮੇਰਾ ਉਹਦੇ ਤੇ ਸਿਰਫ ਲੋਨ ਰਹਿੰਦਾ ਆ। ਹਾਂਜੀ, ਉਹ 5 ਲੱਖ ਦੇ ਵਿੱਚੋਂ ਮੈਨੂੰ ਪੈਸੇ ਮੈਂ ਕੱਢ ਸਕਦਾ ਆ ਉਹ 5 ਲੱਖ, ਜਾਂ ਕਿੰਨਾ ਕੱਢ ਸਕਦਾ? ਤੇ ਦੂਜਾ, ਕੀ ਉਹਦੇ ਲਈ ਮੇਰੀ ਇਨਕਮ ਹੋਣੀ ਜ਼ਰੂਰੀ ਹੈ ਕਿ ਘਰ 'ਚ ਇਕੁਇਟੀ ਕਾਫੀ ਹੈ? ਦੇਖੋ ਤੁਸੀਂ ਕਿਹਾ ਵੀ 8 ਲੱਖ ਦਾ ਘਰ ਹੈ ਜੀ, 3 ਲੱਖ ਦੀ ਮੌਰਗੇਜ ਹੈ, ਹਾਂ ਮੰਨ ਲਓ ਜੀ। ਸੋ ਡਾਇਰੈਕਟ ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇਹ ਹੈ ਕਿ ਤੁਹਾਡੇ ਕੋਲ ਇਕੁਇਟੀ ਜਿਹੜੀ ਹੈਗੀ ਆ
5 ਲੱਖ ਦੀ ਜੀ। ਹੈਗੀ ਆ, 3 ਲੱਖ ਤੁਹਾਡੀ ਬੋਰੋਇੰਗ ਆ, ਜੀ ਠੀਕ ਹੈ। ਹੁਣ ਉਹ ਜਿੱਥੋਂ ਤੱਕ ਕੱਢਣ ਦੀ ਗੱਲ ਆ, ਹੁਣ ਉਹ ਕੱਢੋਗੇ ਤਾਂ ਤੁਸੀਂ ਬੈਂਕ ਤੋਂ ਲੋਨ ਹੀ ਲਵੋਗੇ ਨਾ, ਜੀ 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 ਮੌਰਗੇਜ ਹੀ ਲਓਗੇ ਨਾ। ਸੋ ਅਲਟੀਮੇਟਲੀ ਯੂ ਆਰ ਪੇਇੰਗ ਇੰਟਰਸਟ ਔਨ ਯੂਰ ਇਕੁਇਟੀ, ਠੀਕ ਹੈ। ਜੀ ਕੱਢ ਸਕਦੇ ਹੋ, ਪਰ ਜਦੋਂ ਉਹਨੂੰ ਵੀ ਤੁਹਾਨੂੰ ਅਸੀਂ 5 ਤੋਂ ਬੈਂਕਸ ਨੇ 5 ਤੋਂ ਜਿੰਨੇ ਵੀ ਮੈਕਸਿਮਮ ਬੋਰਿੰਗ ਜਿਹੜੀ 80% ਹੁੰਦੀ ਹੈ, ਜਾਂ ਤੁਸੀਂ 90% ਤੱਕ CMSC ਦੇ ਥਰੂ ਲੈ ਸਕਦੇ ਹੋ, ਹੈ ਨਾ। ਪਰ ਉਹਨੇ ਤੁਹਾਨੂੰ ਕੁਆਲੀਫਾਈ ਤਾਂ ਫਿਰ ਰੇਟ ਤੇ ਹੀ ਕਰਨਾ ਨਾ, ਉਹ ਸਾਰਾ ਸੇਮ ਹੀ ਆ। ਉਹ ਸਾਰਾ ਸੇਮ ਹੀ ਆ, ਚਾਹੇ ਉਹ ਰੀਫਾਈਨਾਂਸ ਹੈ, ਚਾਹੇ ਉਹ ਨਵੀਂ ਪਰਚੇਜ ਹੈ। ਦੇ ਗੋਣਾ ਕੁਆਲੀਫਾਈ ਔਨ ਦਾ 5.25 ਜਿਹੜਾ ਹੁਣ 1 ਜੂਨ ਤੇ ਲੱਗਿਆ। ਜਿਹੜੀ 1 ਜੂਨ ਨੂੰ ਇਹਦਾ ਫਰਕ ਪੈਣਾ ਸੀ, ਇਹਦਾ ਮਤਲਬ ਤੁਹਾਡੀ ਕੀ ਆਬਜ਼ਰਵੇਸ਼ਨ ਸੀਗੀ ਕਿ ਕਿੰਨਾ ਕੁ ਅਸਰ ਪਿਆ? ਬਹੁਤ ਸਾਰੇ ਲੋਕ ਗੱਲਾਂ ਕਰ ਰਹੇ ਸੀ ਵੀ 1 ਜੂਨ ਤੋਂ ਪਹਿਲਾਂ ਮੌਰਗੇਜ ਲੈ ਲਓ, ਇਹਦੇ ਤੋਂ ਬਾਅਦ ਬਹੁਤ ਔਖੀ ਹੋ ਜਾਣੀ। ਕੀ ਇਦਾਂ ਦੀ ਕੋਈ ਗੱਲਬਾਤ ਸੀਗੀ ਵੀ 1 ਜੂਨ ਤੱਕ ਬਹੁਤ ਜ਼ਿਆਦਾ ਰਸ਼ ਸੀ ਤੇ ਉਹਦੇ ਤੋਂ ਬਾਅਦ ਉਹ ਘਟ ਗਿਆ, ਜਾਂ ਨਾਰਮਲ ਹੀ ਰਿਹਾ? ਲੋਕ ਕੋਈ ਆਬਜ਼ਰਵੇਸ਼ਨ ਹੈ ਇਦਾਂ ਦੀ ਜੀ? ਦੇਖੋ ਸਾਡੇ ਕੋਲੇ ਬਿਕੋਜ਼ ਜਦੋਂ ਤੁਸੀਂ ਓਵਰਆਲ ਦੇਖਦੇ ਹੋ ਤਾਂ ਕ੍ਰੈਡਿਟ ਯੂਨੀਅਨਸ ਤੇ ਸਟ੍ਰੈਸ ਟੈਸਟ ਐਪਲੀਕੇਬਲ ਨਹੀਂ ਹੈਗਾ, ਬਿਕੋਜ਼ ਬੈਂਕਸ ਤੇ ਐਪਲੀਕੇਬਲ ਹੈਗਾ, ਬਟ ਸਮ ਬਿਗ ਕ੍ਰੈਡਿਟ ਯੂਨੀਅਨਸ ਦੇ ਡੂ, ਕਈ ਕਰਦੀਆਂ ਨੇ, ਹੈ ਨਾ। ਸੋ ਸਾਡੇ ਕੋਲ ਤਾਂ ਇਨਕੁਆਇਰੀ ਸੇਮ ਲੈਵਲ ਤੇ ਰਾਦਰ ਵਧੀਆਂ ਹੀ ਨੇ 1 ਜੂਨ ਤੋਂ ਬਾਅਦ, ਠੀਕ ਹੈ, ਬਿਕੋਜ਼ ਪੀਪਲ। ਬਟ ਹਾਂ, ਮਾਰਕੀਟ ਦੇ ਵਿੱਚ ਇਹ ਜ਼ਰੂਰ ਸੀ ਕਿ ਜੀ 1 ਜੂਨ ਤੋਂ ਲੱਗ ਜਾਣਾ ਜੀ, ਉਸ ਤੋਂ ਬਾਅਦ ਮਿਲਣੀ ਨਹੀਂ, ਔਰ ਵਿਚ ਇਜ਼ ਰਿਐਲਿਟੀ। ਮਿਲਣੀ ਨਹੀਂ ਇਜ਼ ਡਿਫਰੈਂਟ ਟਰਮੀਨੋਲੋਜੀ, ਲਾਈਕ ਹਾਰਡ ਹੋ ਜਾਣੀ ਹੈ ਮਿਲਣੀ, ਵਿਚ ਇਜ਼ ਦ ਰਾਈਟ ਵਰਡ ਆਈ ਵਿਲ ਸੇ, ਰਾਈਟ। ਬਿਕੋਜ਼ ਤੁਹਾਨੂੰ ਇਨਕਮ ਵਗੈਰਾ ਕੀ ਹੈਗੀ ਆ, ਉਹ ਸਾਰਾ ਕੁਝ ਤੁਹਾਡਾ ਕਰਨਾ ਪੈਣਾ, ਤੁਹਾਡੀ ਇੰਸਟਾਲਮੈਂਟ ਵੱਧ ਜਾਣੀ ਆ, ਹੈ ਨਾ। ਸੋ ਇਹ ਇਫੈਕਟ ਤਾਂ ਹੈਗਾ। ਇੱਕ ਹੋਰ ਦੱਸਿਓ, ਇੱਕ ਜਿਹੜਾ ਕ੍ਰੈਡਿਟ ਸਕੋਰ ਆ, ਇਹਦੇ ਬਾਰੇ ਆਮ ਤੌਰ ਤੇ ਲੋਕ ਗੱਲ ਕਰਦੇ ਆ ਵੀ ਇੱਕ ਤਾਂ ਇਨਕਮ ਚਾਹੀਦੀ ਆ ਤੁਹਾਨੂੰ, ਚਾਹੇ ਤੁਸੀਂ ਘਰ ਚੋਂ ਪੈਸੇ ਕੱਢਣੇ ਆ ਜਾਂ ਰੀਫਾਈਨੈਂਸ ਕਰਵਾਉਣਾ ਆ, ਤੇ ਦੂਜਾ ਤੁਹਾਡਾ ਕ੍ਰੈਡਿਟ ਸਕੋਰ ਚਾਹੀਦਾ। ਇਹਨਾਂ ਦੋਵਾਂ ਚੋਂ ਕਿਹੜੀ ਗੱਲ ਦੇ ਨਾਲ ਮੌਰਗੇਜ ਸਸਤੀ ਮਿਲਦੀ ਆ, ਜਾਂ ਮੌਰਗੇਜ ਮਿਲਣ ਲਈ ਤੁਸੀਂ ਕੁਆਲੀਫਾਈ ਕਰਦੇ ਆ? ਦੇਖੋ, ਜਿਹੜੀ ਤਾਂ ਹੈਗੀ ਇਨਕਮ, ਹਾਂਜੀ, ਉਹ ਤਾਂ ਹੈਗਾ ਤੁਹਾਡੀ ਕੁਆਲੀਫਿਕੇਸ਼ਨ ਦਾ ਕ੍ਰਾਈਟੇਰੀਆ। ਟੋਟਲੀ ਡਿਪੈਂਡਸ, ਲਾਈਕ ਕੁਆਲੀਫਿਕੇਸ਼ਨ ਤੁਹਾਡੀ ਇਨਕਮ ਤੇ ਨਿਰਭਰ ਕਰਦੀ ਆ, ਠੀਕ ਹੈ ਜੀ। ਹੁਣ ਜਿਹੜਾ ਰੇਟ ਲੱਗਣਾ, ਜਿਹੜਾ ਨੈਗੋਸ਼ੀਏਬਲ, ਜਦੋਂ ਬੈਂਕਸ ਦੇਖੋ ਇੱਕ ਬੰਦੇ ਦੀ ਗੁੱਡ ਕ੍ਰੈਡਿਟ ਹਿਸਟਰੀ, ਕ੍ਰੈਡਿਟ ਸਕੋਰ ਹੈ। ਕ੍ਰੈਡਿਟ ਸਕੋਰ ਹੈ ਕੀ ਹੈ? ਜਿਵੇਂ ਕੈਨੇਡਾ ਦੇ ਵਿੱਚ 2 ਸਾਡੀਆਂ ਏਜੰਸੀਜ਼ ਹੈਗੀਆਂ ਨੇ, ਇਕੋਫੈਕਸ ਤੇ ਟਰਸਟ ਯੂਨੀਅਨ, ਜਿਹੜੀਆਂ ਇਸ ਚੀਜ਼ ਨੂੰ ਬੰਦੇ ਦੇ ਫਾਈਨੈਂਸ਼ੀਅਲ ਬਿਹੇਵੀਅਰ ਨੂੰ, ਹਾਊ ਹੀ ਰਿਐਕਟ ਟੂ ਅ ਸਰਟਨ ਸਿਚੁਏਸ਼ਨ, ਹਾਊ ਹੀ ਮੈਨੇਜ ਹਿਸ ਫਾਈਨੈਂਸਿਸ, ਰਾਈਟ, ਉਹਨਾਂ ਨੂੰ ਉਹ ਕਿਸ ਤਰ੍ਹਾਂ ਕਰਦਾ, ਉਹਦੇ ਬਿਹੇਵੀਅਰ ਨੂੰ ਮੋਨੀਟਰ ਕਰਦੀਆਂ ਨੇ ਜੀ। ਹੁਣ ਜਿਹੜੀ ਬੈਂਕਸ ਨੇ ਉਹ ਆਮ ਤੌਰ ਤੇ 650 ਜਿਹਦਾ ਬੀਕਨ ਸਕੋਰ ਹੈਗਾ, ਉਹਨੂੰ ਠੀਕ ਗਿਣਦੀਆਂ ਨੇ ਜੀ, ਠੀਕ ਹੈ। ਹੁਣ ਜਿਹੜੇ ਬੰਦੇ ਦਾ ਸਕੋਰ 800 ਹੈ, ਐਵਰੀਬਡੀ ਲਵ ਟੂ ਡੀਲ ਵਿਦ, ਕਿ ਉਹਦੀ ਕਦੇ ਕੋਈ ਡੈਲੀਕੁਐਂਸੀ ਨਹੀਂ ਹੋਈ, ਕਦੇ ਉਹਨੇ ਕੋਈ ਪੇਮੈਂਟ ਡਿਲੇ ਨਹੀਂ ਕੀਤੀ, ਟਾਈਮਲੀ ਓਬਲੀਗੇਸ਼ਨਸ ਆਪਣੀਆਂ ਕੰਪਲੀਟ ਕਰਦਾ ਹੈਗਾ। ਸੋ ਐਵਰੀਬਡੀ ਨੈਗੋਸ਼ੀਏਟ ਦੈਟ। ਹੁਣ ਜਿਹੜੀ ਤੁਹਾਡੀ ਦੂਸਰਾ ਸੀ ਕਿ ਪਹਿਲਾ ਆ ਗਿਆ ਇਨਕਮ, ਇਨਕਮ ਇਜ਼ ਫॉर द ਕੁਆਲੀਫਿਕੇਸ਼ਨ ਮੇਨਲੀ, ਕ੍ਰੈਡਿਟ ਸਕੋਰ ਇਜ਼ ਅਬਾਊਟ ਦ ਰੇਟ ਆਫ ਇੰਟਰਸਟ। ਇਹਦਾ ਕੁਆਲੀਫਿਕੇਸ਼ਨ ਨਾਲ ਨਹੀਂ ਚੱਕਰ ਵੀ ਮਿਨੀਮਮ ਕਿੰਨਾ ਚਾਹੀਦਾ ਕ੍ਰੈਡਿਟ ਸਕੋਰ ਦਾ, ਜਾਂ ਇਹਦਾ ਕੁਆਲੀਫਿਕੇਸ਼ਨ ਨਾਲ ਵੀ? ਉਹ ਨਹੀਂ, ਉਹਦਾ ਕੁਆਲੀਫਿਕੇਸ਼ਨ ਦੇ ਨਾਲ ਵੀ ਹੈ ਕਿ ਐਪਲੀਕੇਸ਼ਨ ਆਮ ਤੌਰ ਤੇ ਬੈਂਕ 650 ਤੋਂ ਥੱਲੇ ਵਾਲੇ ਨੂੰ ਨਹੀਂ ਦਿੰਦੀਆਂ। ਹਾਂ, ਜੇ ਦਿੰਦੀਆਂ ਨੇ ਤਾਂ ਉਹ ਥੋੜਾ ਰੇਟ ਜ਼ਿਆਦਾ ਹੁੰਦਾ ਉੱਥੇ, ਐਜ਼ ਕੰਪੇਅਰ ਟੂ ਗੁੱਡ ਔਰ ਐਕਸਲੈਂਟ ਬੀਕਨ ਸਕੋਰ। ਅੱਛਾ ਜੀ। ਹਾਂਜੀ, ਮਤਲਬ 2 ਬੰਦੇ ਮੌਰਗੇਜ ਲੈਣ ਆਏ ਆ, ਦੋਵਾਂ ਦਾ ਪ੍ਰਾਪਰਟੀ ਸੇਮ ਆ, ਸਾਰਾ ਕੁਝ ਸੇਮ ਆ, ਇਨਕਮ ਸੇਮ ਆ, ਜੇ ਉਹਨਾਂ ਦੇ ਕ੍ਰੈਡਿਟ ਸਕੋਰ 'ਚ ਫਰਕ ਆ ਤਾਂ ਉਹ ਮਹਿੰਗੀ ਸਸਤੀ ਹੋ ਸਕਦੀ ਹੈ। 100% ਹੋ ਸਕਦੀ ਆ, ਉਹ ਨੈਗੋਸ਼ੀਏਸ਼ਨ ਤੇ ਹੈ। ਇੱਕ ਹੋਰ ਸਲਾਹ ਦਿਓ ਕਿ ਜਦੋਂ ਬੰਦਾ ਮੌਰਗੇਜ ਲੈਣ ਜਾਂਦਾ ਜਾਂ ਰੀਫਾਈਨੈਂਸ ਕਰਵਾਉਂਦਾ ਆ, ਉਹਨੂੰ ਵੱਖ-ਵੱਖ, ਕੁਝ ਲੋਕ ਕਹਿੰਦੇ ਵੀ ਸ਼ਾਪ ਰਾਊਂਡ ਕਰਨਾ ਚਾਹੀਦਾ। ਹਾਂਜੀ, ਕ੍ਰੈਡਿਟ ਯੂਨੀਅਨ, ਬੈਂਕ, ਕਿਤੇ ਵੀ ਜਾ ਕੇ ਪਤਾ ਕਰੋ, ਜਿੱਥੋਂ ਸਸਤੀ ਮਿਲਦੀ ਹੈ ਉੱਥੋਂ ਲੈ ਲਓ। ਹਾਂਜੀ, ਕੁਝ ਲੋਕ ਸਲਾਹ ਦਿੰਦੇ ਆ ਵੀ ਵੱਖ-ਵੱਖ ਥਾਵਾਂ ਤੇ ਨਹੀਂ ਜਾਣਾ ਚਾਹੀਦਾ, ਇਹਦੇ ਨਾਲ ਤੁਹਾਡਾ ਕ੍ਰੈਡਿਟ ਚੈੱਕ ਹੁੰਦਾ ਤੇ ਕ੍ਰੈਡਿਟ ਚੈੱਕ ਨਾਲ ਤੁਹਾਡਾ ਕ੍ਰੈਡਿਟ ਸਕੋਰ ਕੋਈ ਡਾਊਨ ਹੁੰਦਾ। ਇਹਦਾ ਕੀ ਮਤਲਬ ਹੁੰਦਾ ਜੀ? ਦੇਖੋ, ਕੋਈ ਵੀ ਜਦੋਂ ਤੁਸੀਂ ਕਿਸੇ ਵੀ ਬੈਂਕ ਜਾਂ ਕ੍ਰੈਡਿਟ ਯੂਨੀਅਨ ਕੋਲੇ ਜਾਂ ਕਿਸੇ ਵੀ ਫਾਈਨੈਂਸ਼ੀਅਲ ਆਰਗੇਨਾਈਜੇਸ਼ਨਸ ਕੋਲੇ ਜਾਂਦੇ ਹੋ ਮੌਰਗੇਜ ਐਪਲੀਕੇਸ਼ਨ ਦੇ ਲਈ, ਤੁਸੀਂ ਉਹਨਾਂ ਨੂੰ ਇੱਕ ਚੀਜ਼ ਕਰ ਸਕਦੇ ਹੋ ਕਿ ਫਸਟ ਸਟੈਪ ਇਹਦਾ ਹੈਗਾ ਕਿ ਕੈਨ ਯੂ ਲੁੱਕ ਇਨਟੂ ਹਾਊ ਮਚ ਆਈ ਗੋਣਾ ਕੁਆਲੀਫਾਈ। ਅੱਛਾ ਜੀ। ਹੁਣ ਤੁਸੀਂ ਹੋ ਜੀ, ਤੁਸੀਂ ਆਪਦੇ ਇਨਕਮ ਦੇ ਪੇਪਰ ਲੈ ਕੇ ਤੁਸੀਂ ਯੂ ਗੋ ਟੂ ਵਨ ਆਫ ਦ ਬਿਗ 5 ਬੈਂਕਸ, ਕਿਸੇ ਕੋਲੇ ਜਾਓ, ਉਹਨੂੰ ਕਹੋ ਕੈਨ ਯੂ ਲੈਟ ਮੀ ਨੋ ਹਾਊ ਮਚ ਆਈ ਐਮ ਗੋਣਾ ਕੁਆਲੀਫਾਈ, ਲਾਈਕ ਮੇਰਾ ਹਜੇ ਕ੍ਰੈਡਿਟ ਨਾ ਚੈੱਕ ਕਰਿਓ,
ਅੱਛਾ ਆਲਦੋ ਕ੍ਰੈਡਿਟ ਚੈੱਕ ਕਰੇ ਬਗੈਰ ਫਰਮਲੀ ਨਹੀਂ ਦੱਸ ਸਕਦੇ। ਅੱਛਾ ਜੀ ਟੈਂਟੇਟਿਵਲੀ ਯੂ ਕੈਨ ਆਸਕ, ਓਕੇ right? Firmly, final decision is after the credit bureau, right? ਸ਼ੌਪ ਅਰਾਊਂਡ 100% ਕਰਨਾ ਚਾਹੀਦਾ ਜੀ ਜੋ ਵੀ ਤੁਹਾਡਾ ਹੈਗਾ। ਬਟ ਜਦੋਂ ਤੁਸੀਂ ਕਿਸੇ ਫਾਈਨੈਂਸ਼ੀਅਲ ਕ੍ਰੈਡਿਟ ਯੂਨੀਅਨ ਜਾਂ ਬੈਂਕ ਦੇ ਨਾਲ ਡੀਲ ਕਰਦੇ ਹੋ ਨਾ, ਤੁਹਾਡਾ ਇੱਕ ਰੈਕਡ ਬਣਿਆ ਹੁੰਦਾ ਉੱਥੇ, ਤੁਹਾਡਾ ਇੱਕ ਰਿਲੇਸ਼ਨ ਬਣਿਆ ਹੁੰਦਾ। ਇਟਸ ਨਾਟ ਈਜ਼ੀ ਟੂ ਐਸਟੈਬਲਿਸ਼ ਜਸਟ ਫॉर ਲਾਈਕ 10 ਸੈਂਟ ਔਰ 15 ਸੈਂਟ ਜਾਂ ਕੁਝ ਕਰਕੇ ਤੁਸੀਂ ਆਪਦੇ ਰਿਲੇਸ਼ਨ ਨੂੰ ਨਵੀਂ ਜਗ੍ਹਾ ਤੇ ਐਸਟੈਬਲਿਸ਼ ਕਰਨਾ ਇਟਸ ਹਾਰਡ ਜੀ। ਸੋ ਆਲਵੇਜ਼ ਤੁਸੀਂ ਆਪਣੀ ਬੈਂਕਸ ਦੇ ਨਾਲ ਗੱਲ, ਜਿੱਥੇ ਤੁਹਾਡੀ ਹੈਗੀ ਆ, ਜਿੱਥੇ ਤੁਹਾਡਾ ਰਿਲੇਸ਼ਨ ਹੈਗਾ, ਤੁਸੀਂ ਉੱਥੇ ਗੱਲ ਕਰੋ, ਉਹਨਾਂ ਨੂੰ ਦੱਸੋ, ਕਿਉਂਕਿ ਉਹ ਦੇ ਹੈਵ ਐਵਰੀਥਿੰਗ। ਤੁਸੀਂ ਸਪੋਜ਼ ਖਾਲਸਾ ਕ੍ਰੈਡਿਟ ਯੂਨੀਅਨ ਨਾਲ ਡੀਲ ਕਰਦੇ ਹੋ, ਵੀ ਹੈਵ ਐਵਰੀਥਿੰਗ ਆਫ ਯੂ, ਤੁਹਾਡੀ TFS RSP ਚੈਕਿੰਗ ਅਕਾਊਂਟ, ਤੁਹਾਡੀ ਸੈਲਰੀ ਇੱਥੇ ਆਉਂਦੀ ਆ। ਸੋ ਇਟਸ ਕਨਵੀਨੀਅੰਟ ਫॉर ਯੂ ਰਾਦਰ ਦੈਨ ਟੂ ਸੈਟ ਅਪ ਐਂਡ ਦੈਨ ਅਗੇਨ ਡੂ ਥਿੰਗਸ। ਫਿਰ ਤੁਸੀਂ ਉਦੋਂ ਕਹਿ ਸਕਦੇ ਹੋ ਕਿ ਮੈਨੂੰ ਟੈਂਟੇਟਿਵ ਅਮਾਊਂਟ ਕੈਨ ਯੂ ਲੁੱਕ ਇਨਟੂ ਹਾਊ ਮਚ ਆਈ ਐਮ ਗੋਇੰ ਟੂ ਕੁਆਲੀਫਾਈ ਅਪਰੋਕਸੀਮੇਟਲੀ, ਲਾਈਕ ਜੀ 10 ਤੋਂ 15,000 ਦਾ ਫਰਕ ਪੈ ਜਾਊਗਾ ਵੱਧ ਤੋਂ ਵੱਧ। ਟੈਂਟੇਟਿਵ ਵੀ ਕ੍ਰੈਡਿਟ ਹਜੇ ਤੁਸੀਂ ਨਾ ਚੈੱਕ ਕਰੋ, ਐਂਡ ਵਾਟਸ ਯੂਰ ਆਫਰਿੰਗ ਟੂ ਮੀ, ਤੁਸੀਂ ਮੈਨੂੰ ਕਿਹੜਾ ਰੇਟ ਦੇਵੋਗੇ। ਠੀਕ ਹੈ, ਉਹ ਸਬਜੈਕਟ ਟੂ ਤੁਹਾਨੂੰ ਰੇਟ ਗੱਲ ਕਰ ਸਕਦੇ ਨੇ ਕਿ ਓਕੇ ਜੀ ਬਾਕੀ ਤੁਹਾਡੇ ਕ੍ਰੈਡਿਟ ਤੇ ਡਿਪੈਂਡ ਕਰਦਾ। ਸਾਡਾ ਜਨਰਲੀ ਇਹ ਚੱਲਦਾ ਵਿੱਚ 650 ਦੇ ਵੀਕਨ ਸਕੋਰ ਤੇ। ਠੀਕ ਹੈ ਨਾ, ਸੋ ਉਹ ਹੋ ਸਕਦਾ ਕੋਈ, ਇਟਸ ਨਾਟ ਅ ਬਿਗ ਡੀਲ। ਜਿਹੜੀ ਇਨਕਮ ਆ ਉਹ ਸਰਟਨ ਲੈਵਲ ਤੋਂ ਉੱਪਰ ਚਲੇ ਜਾਵੇ, ਵੀ ਮੰਨ ਲਓ 1 ਲੱਖ ਚਾਹੀਦੀ ਹੈ ਇਨਕਮ, ਮੇਰੀ 1.5 ਲੱਖ ਆ, ਉਹਦੇ ਨਾਲ ਮੌਰਗੇਜ ਮੈਨੂੰ ਸਸਤੀ ਮਿਲ ਜੂਗੀ, ਇਹਦਾ ਕੋਈ ਫਰਕ ਪੈਂਦਾ? ਹਾਂਜੀ, ਹੁਣ ਉਹਦੇ ਵਿੱਚ ਨਾ ਅੱਗੇ ਨੈਗੋਸ਼ੀਏਸ਼ਨ ਦਾ ਤੁਹਾਡਾ, ਹੁਣ 2 ਸਿਨੈਰੀਓ ਲੈਣੇ ਆਪਾਂ। 150,000 ਦੀ ਤੁਹਾਡੀ ਸਾਲਾਨਾ ਇਨਕਮ ਹੈਗੀ ਆ, ਠੀਕ ਹੈ ਜੀ, ਤੁਹਾਡਾ ਕ੍ਰੈਡਿਟ ਸਕੋਰ 750 ਹੈ ਜੀ, ਸੋ ਯੂ ਆਰ ਇਨਟੂ ਦ ਐਕਸਲੈਂਟ ਕੈਟਾਗਰੀ। ਠੀਕ ਹੈ, ਨੈਗੋਸ਼ੀਏਸ਼ਨਸ ਦੈਨ ਉਹ ਇੱਕ ਵੇਟੇਜ ਮਿਲ ਜਾਂਦੀ ਹੈ ਕਿ ਅੱਛੀ ਰੈਪਿਊਟਡ ਆਰਗੇਨਾਈਜੇਸ਼ਨ ਤੇ ਤੁਸੀਂ ਕੰਮ ਕਰਦੇ ਹੋ, ਤੁਹਾਡੇ ਇਨਕਮ ਲੈਵਲ ਵੀ ਚੰਗਾ, ਤਾਂ ਬੈਂਕ ਨੂੰ ਕੀ ਹੋਗਾ, ਦੈਨ ਬੈਂਕ ਵਿਲ ਲੁੱਕ ਇਨਟੂ ਕਿ ਮੇਰਾ ਰਿਸਕ ਕੀ ਆ ਇੱਥੇ। ਜਿਹੜਾ ਰੇਟ ਆਫ ਇੰਟਰਸਟ ਆ ਉਹ ਡਾਇਰੈਕਟਲੀ ਪ੍ਰੋਪੋਰਸ਼ਨ ਟੂ ਰਿਸਕ ਲੈਵਲ ਹੈ। ਅੱਛਾ ਜੀ, ਜਦੋਂ ਦੇਖਦੀ ਹੈ ਕਿ ਸਪੋਜ਼ ਫਰੇਜ਼ਰ ਹੈਲਥ 'ਚ ਬੰਦਾ ਕੰਮ ਕਰਦਾ, 1.5 ਲੱਖ ਉਹਦੀ ਸੈਲਰੀ ਆ, ਬੀਕਨ ਸਕੋਰ 750 ਆ, ਦੈਨ ਵਾਈ ਨਾਟ, ਉਹ ਕਿਉਂ ਨਹੀਂ ਉਸ ਬੰਦੇ ਨੂੰ ਰਿਟੇਨ ਕਰੂਗੀ, ਫਿਰ ਉਹਨੂੰ ਘੱਟ ਇੰਟਰਸਟ ਦੇਊਗੀ, ਉਹਦਾ ਰਿਸਕ ਲੈਵਲ ਬਹੁਤ ਘੱਟ ਹੈ। ਜਿਹੜੀ ਮੰਨ ਲਓ ਇੱਕ ਤੁਹਾਡਾ ਕੁਆਲੀਫਿਕੇਸ਼ਨ ਇੱਕ ਖਾਸ ਹੈਗੀ ਆ, ਤੁਸੀਂ ਇੰਨੀ ਤੁਹਾਡੀ ਇਨਕਮ ਆ, ਇੱਕ ਤੁਹਾਡਾ ਕ੍ਰੈਡਿਟ ਸਕੋਰ ਆ 750 ਜਾਂ $1,00,000 ਜਿੰਨੀ ਚਾਹੀਦੀ ਆ, ਉਹ ਲੈ ਕੇ ਮੈਂ ਕਿਸੇ ਵੀ ਕ੍ਰੈਡਿਟ ਯੂਨੀਅਨ ਜਾਂ ਕਿਸੇ ਵੀ ਬੈਂਕ ਕੋਲ ਚਲੇ ਜਾਵਾਂ ਤਾਂ ਸੇਮ ਗੱਲ ਹੀ ਹੈ, ਜਾਂ ਜੇ ਮੈਂ ਇੱਕ ਬੈਂਕ ਦੇ ਨਾਲ ਡੀਲ ਕਰਦਾ ਉੱਥੇ ਮੈਨੂੰ ਕੁਝ ਜ਼ਿਆਦਾ ਫਾਇਦਾ ਹੋ ਸਕਦਾ? ਦੇਖੋ, ਇਨ ਦਿਸ ਪ੍ਰੈਜ਼ੈਂਟ ਸਿਨੈਰੀਓ ਰਿਲੇਸ਼ਨਸ਼ਿਪ ਡੂ ਮੈਟਰ। ਕਿਉਂ? ਉਹਨਾਂ ਕੋਲੇ ਤੁਹਾਡਾ ਸਾਰਾ ਕੁਝ ਆ, ਦੈਨ ਦੇ ਯੂ ਕੈਨ ਨੈਗੋਸ਼ੀਏਟ ਵਿਦ ਦੈਟ ਬੈਂਕ। ਜਾਣ ਨੂੰ ਤਾਂ ਤੁਸੀਂ ਕਿਤੇ ਵੀ ਜਾ ਸਕਦੇ ਹੋ, ਦੇਰ ਇਜ਼ ਨੋ ਲਾਈਕ ਕੋਈ ਰਿਸਟ੍ਰਿਕਸ਼ਨਸ ਨਹੀਂ ਹੈਗੀ ਕਿ ਨਹੀਂ ਜੀ ਤੁਸੀਂ ਬਾਹਰ ਦੂਸਰੀ ਬੈਂਕ 'ਚ ਨਹੀਂ ਜਾ ਸਕਦੇ। ਉਹਦਾ ਫਰਕ ਪਊਗਾ ਕੁਝ, ਜਾਂ ਮੈਨੂੰ ਸਸਤੀ ਮਿਲ ਜਾਵੇ ਜਾਂ ਕੋਈ ਫਾਇਦਾ ਹੋਊਗਾ? ਹਾਂ, ਦੇਖੋ ਜਿਹੜੀ ਬੈਂਕ ਨਾਲ ਤੁਸੀਂ ਡੀਲ ਕਰਦੇ ਹੋ ਉੱਥੇ ਤੁਹਾਨੂੰ ਜ਼ਿਆਦਾ ਸਸਤੀ ਮਿਲੂਗੀ। ਸਸਤੀ ਦੇ ਵੀ 2 ਚੀਜ਼ਾਂ ਹੁੰਦੀਆਂ ਨੇ ਜੀ, ਰੇਟ ਵੀ ਹੈਗਾ, ਪਰ ਜਿਹੜੀ ਰਿਲੇਸ਼ਨ ਹੈ, ਹੁਣ ਤੁਸੀਂ ਕੋਈ ਵੀ ਰਿਲੇਸ਼ਨਸ਼ਿਪ ਦੇ ਵਿੱਚ ਬੈਂਕਿੰਗ ਜਿਹੜੀ ਤੁਸੀਂ ਕਰਦੇ ਹੋ, that pays a lot, ਕਿਤੇ ਨਾ ਕਿਤੇ ਉਹਦਾ ਫਾਇਦਾ ਹੁੰਦਾ। ਹਾਂਜੀ, ਕਿਤੇ ਨਾ ਕਿਤੇ ਉਹਦਾ ਫਾਇਦਾ ਹੁੰਦਾ। ਬੈਂਕ ਤੇ ਕ੍ਰੈਡਿਟ ਯੂਨੀਅਨ 'ਚ ਕੀ ਫਰਕ ਹੁੰਦਾ? ਕ੍ਰੈਡਿਟ ਯੂਨੀਅਨ 'ਚ ਥੋੜੀ ਜਿਹੀ ਸਸਤੀ ਮਿਲਦੀ ਆ, ਸੌਖੀ ਮਿਲਦੀ ਆ, ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਸਟ੍ਰੈਸ ਟੈਸਟ ਸਾਡੇ ਉੱਤੇ ਨਹੀਂ ਲਾਗੂ ਹੁੰਦਾ, ਇਹਦਾ ਥੋੜਾ ਜਿਹਾ ਫਰਕ ਦੱਸੋਗੇ ਕੀ ਹੈ? ਹਾਂਜੀ, ਜਿਹੜੀ ਕ੍ਰੈਡਿਟ ਯੂਨੀਅਨ ਨੇ ਉਹ ਸਟਿਲ ਆਪਦੇ ਹਿਸਾਬ ਦੇ ਨਾਲ ਕੁਆਲੀਫਾਈ ਕਰਦੀਆਂ ਨੇ, ਆਲਦੋ ਦੇ ਕੁਆਲੀਫਾਈ ਔਨ ਏ ਮੋਰ ਰੇਟ ਵਿਚ ਇਜ਼ ਕੰਟਰੈਕਟ ਰੇਟ ਤੋਂ ਥੋੜਾ ਜ਼ਿਆਦਾ ਰੇਟ ਲਾ ਕੇ ਕੁਆਲੀਫਾਈ ਕਰਦੇ ਨੇ, ਬਟ ਨਾਟ ਲਾਈਕ ਦ ਸਟ੍ਰੈਸ ਟੈਸਟ। ਦੇ ਡੂ ਸਟ੍ਰੈਸ ਟੈਸਟ, ਬਟ ਤਾਂ ਜਿਹੜਾ ਉਹਨਾਂ ਦਾ ਰੇਟ ਆਫ ਇੰਟਰਸਟ ਆ ਉਹ ਇੰਨਾ ਹਾਈ ਨਹੀਂ ਹੁੰਦਾ, ਜਿਵੇਂ 5.25 ਨਹੀਂ ਹੋਏਗਾ। ਸੋ ਦੇ ਕੁਆਲੀਫਾਈ, ਯੈਸ, ਕੁਆਲੀਫਾਈ ਕਰਨੀ, ਸੋ ਉੱਥੇ ਤੁਹਾਨੂੰ ਈਜ਼ੀਲੀ ਮੌਰਗੇਜ ਮਿਲ ਜਾਂਦੀ ਆ। ਹੁਣ ਰਿਹਾ ਹੈਗਾ ਸਸਤੀ ਜਾਂ ਮਹਿੰਗੀ ਜੀ, ਉਹ ਤੁਹਾਡੇ ਰਿਲੇਸ਼ਨ ਤੇ ਡਿਪੈਂਡ ਕਰਦਾ, ਤੁਹਾਡੇ ਵੀਕਨ ਸਕੋਰ ਤੇ ਡਿਪੈਂਡ ਕਰਦਾ, ਤੁਹਾਡੀ ਇਨਕਮ ਤੇ ਡਿਪੈਂਡ ਕਰਦਾ ਜੀ। ਇੱਕ ਦੱਸਿਓ ਨੁਕਤਾ ਕਿ ਕ੍ਰੈਡਿਟ ਸਕੋਰ ਜ਼ਿਆਦਾ ਕਿੱਦਾਂ ਰੱਖਿਆ ਜਾ ਸਕਦਾ, ਵੀ ਇਹ ਅਪ ਰਵੇ, ਇਹਦਾ ਕੋਈ ਨੁਕਤਾ ਹੈਗਾ ਜਾਂ ਕਿਸੇ ਗੱਲ ਦਾ ਧਿਆਨ ਰੱਖਿਆ ਜਾਵੇ? ਹਾਂਜੀ, ਇਹਦੇ ਵਿੱਚ ਨਾ 3-4 ਫੈਕਟਰ ਨੇ ਜੀ। ਯੂਟਿਲਾਈਜੇਸ਼ਨ, ਜੇ ਹੁਣ ਮੇਰੀ ਸਪੋਜ਼ ਆਪਾਂ ਐਗਜ਼ਾਮਪਲ ਜਿਵੇਂ ਲਾਈਨ ਆਫ ਕ੍ਰੈਡਿਟ ਹੈ, ਠੀਕ ਹੈ ਜੀ, ਅਗਰ ਮੇਰੀ ਘਰ ਦੇ ਅਗੇਂਸਟ ਲਾਈਨ ਆਫ ਕ੍ਰੈਡਿਟ ਹੈ, ਸੇ 5 ਲੱਖ ਦੀ ਲਾਈਨ ਆਫ ਕ੍ਰੈਡਿਟ ਹੈ, ਮੈਂ ਇਕੱਲਾ ਇੰਟਰਸਟ ਪੇ ਕਰੀ ਜਾਣਾ, ਤਾਂ ਮੇਰੀ ਯੂਟਿਲਾਈਜੇਸ਼ਨ ਜ਼ਿਆਦਾ ਹੈਗੀ ਆ, ਤਾਂ ਮੇਰੇ ਵੀਕਨ ਸਕੋਰ ਨੇ ਥੋੜਾ ਜਿਹਾ ਅੱਗੇ ਨਹੀਂ ਜਾਣਾ, ਉੱਥੇ ਕੀ ਟਿਕਿਆ ਰਹੂ। ਅੱਛਾ ਜੀ, ਠੀਕ ਹੈ,
ਫਿਰ ਆ ਜਾਂਦਾ ਕਿ ਤੁਹਾਡੀ ਰੀਪੇਮੈਂਟ ਹਿਸਟਰੀ ਅੱਛਾ ਜੀ। ਕਿਹੋ ਜੀ ਆ। ਕ੍ਰੈਡਿਟ ਕਾਰਡ ਦੇ ਬਿੱਲ ਤੁਸੀਂ 30 ਡੇ 90 ਡੇਜ਼ ਕਦੋਂ ਪੇ ਕਰਦੇ ਹੋ। ਹੁਣ ਇੱਕ ਤੇ ਬੰਦਾ ਉਹ ਹੈ ਜੀ ਜਿਹਨੇ ਕ੍ਰੈਡਿਟ ਕਾਰਡ ਦਾ ਬਿੱਲ ਆਇਆ ਪੇ ਕਰਤਾ, ਇੱਕ ਨੇ ਕਿਹਾ ਵੀ ਉਹ ਅੱਛਾ 30 ਤਰੀਕ ਆ, ਕੋਈ ਨਾ 30 ਨੂੰ ਪੇ ਕਰਾਂਗੇ, ਉਹ ਇੱਕ ਅੱਧਾ ਦਿਨ ਭੁੱਲ ਗਿਆ, ਠੀਕ ਆ, 22 ਦੀ ਮਿਸਟੇਕ ਸਲਿੱਪ ਹੋ ਗਿਆ, ਨਹੀਂ ਭਰਿਆ ਗਿਆ, ਉਹ ਵੀ ਉਸ ਚੀਜ਼ ਤੇ ਡਿਪੈਂਡ ਕਰਦੀ ਆ ਜੀ। ਠੀਕ ਆ। ਫਿਰ ਕਿੰਨੀਆਂ ਕੁ ਇਨਕੁਆਇਰੀਜ਼ ਹੁੰਦੀਆਂ ਨੇ। ਅੱਛਾ ਜੀ। ਦੋ ਕਿਸਮ ਦੀ ਇਨਕੁਆਇਰੀਜ਼ ਹੁੰਦੀਆਂ ਨੇ, ਹਾਰਡ ਇਨਕੁਆਇਰੀ ਹੁੰਦੀ ਹੈ, ਇੱਕ ਸੌਫਟ ਇਨਕੁਆਇਰੀ ਹੁੰਦੀ ਹੈ। ਜਿਹੜੀ ਹਾਰਡ ਇਨਕੁਆਇਰੀ ਹੁੰਦੀ ਹੈ ਉਹ ਜਦੋਂ ਤੁਸੀਂ ਕਿਤੇ ਵੀ ਲੋਨ ਜਾਂਦੇ, ਜਿਵੇਂ ਕਾਰ ਲੈਣ ਚਲੇ ਗਏ, ਉਹਨਾਂ ਨੇ ਕ੍ਰੈਡਿਟ ਚੈੱਕ ਕੀਤਾ, ਉਹ ਤੁਹਾਡੇ ਤੇ ਇਫੈਕਟ ਪੈਂਦਾ, ਭਾਵੇਂ ਉਹ ਬਹੁਤ ਘੱਟ ਪੁਆਇੰਟਸ ਦਾ ਹੁੰਦਾ ਪਰ ਪੈਂਦਾ, ਉਹਦੇ ਤੇ ਵੀ ਡਿਪੈਂਡ ਕਰਦਾ। ਤੁਸੀਂ ਬੈਂਕ ਚਲੇ ਗਏ, ਮੌਰਗੇਜ ਲੈਣੀ ਆ, ਉਹਦੇ ਤੇ ਪੈਂਦਾ। ਹੁਣ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਆਪਣੇ ਆਮ ਜਿਹੜੇ ਆਪਣੀ ਕ੍ਰੈਡਿਟ ਕਾਰਡ ਕੰਪਨੀ ਜਿਵੇਂ ਅਮਰੀਕਨ ਐਕਸਪ੍ਰੈਸ ਹੋ ਗਈ, ਵੀਜ਼ਾ ਹੋ ਗਈ, ਮਾਸਟਰ ਕਾਰਡ ਹੋ ਗਈ, ਹੈ ਨਾ, ਕਈ ਵਾਰੀ ਆਪਾਂ ਨੂੰ ਚਿੱਠੀ ਭੇਜ ਦਿੰਦੇ ਨੇ ਘਰੇ ਕਿ ਯੂ ਆਰ ਪ੍ਰੀ ਅਪਰੂਵਡ ਫॉर ਦਿਸ। ਹਾਂਜੀ, ਵੀ ਵਧਾ ਲਓ ਲਿਮਿਟ ਵਧਾ ਲਓ, ਕਾਲ ਦਿਸ ਨੰਬਰ, ਯੂ ਆਰ ਆਲਰੇਡੀ ਯੂਰ ਲਿਮਿਟ ਵਿਲ ਬੀ ਅਪਰੂਵਡ ਬਾਈ ਦਿਸ ਮਚ ਅਮਾਊਂਟ। ਉਹ ਜਿਹੜੀਆਂ ਕੰਪਨੀਆਂ ਨੇ ਉਹ ਪਿੱਛੇ ਸੌਫਟ ਰਨ ਕਰਦੀਆਂ ਰਹਿੰਦੀਆਂ ਉਹਨਾਂ ਦੇ ਸੌਫਟਵੇਅਰ ਦੇ ਵਿੱਚ, ਉਹਦੇ ਨਾਲ ਕੋਈ ਕ੍ਰੈਡਿਟ ਤੇ ਫਰਕ ਨਹੀਂ ਪੈਂਦਾ, ਉਹ ਸੌਫਟ ਚੈੱਕ ਕਰਦੀਆਂ ਰਹਿੰਦੀਆਂ ਨੇ। ਉਹ ਜਿਵੇਂ ਹੁਣ ਤੁਸੀਂ ਵੀਜ਼ਾ ਤੁਹਾਡੇ ਕੋਲੇ ਸਪੋਜ਼, ਠੀਕ ਹੈ, ਜਾਂ ਖਾਲਸਾ ਕ੍ਰੈਡਿਟ ਯੂਨੀਅਨ ਦਾ ਮਾਸਟਰ ਕਾਰਡ ਆ ਜਾਂ ਖਾਲਸਾ ਕ੍ਰੈਡਿਟ ਯੂਨੀਅਨ ਦਾ ਵੀਜ਼ਾ, ਦੈਨ ਉਹ ਬੈਕਗਰਾਊਂਡ ਤੇ ਉਹ ਚੱਲੀ ਜਾਂਦੀ ਆ, ਉਹ ਤੁਹਾਡੇ ਬਿਹੇਵੀਅਰ ਨੂੰ ਮੋਨੀਟਰ ਕਰਦੇ ਨੇ ਜੀ। ਦੈਨ ਜਦੋਂ ਉਹ ਦੇਖਦੇ ਨੇ ਕਿ 2 ਸਾਲ ਹੋ ਗਿਆ, ਦਿਸ ਇੰਡੀਵਿਜੂਅਲ ਐਵਰੀ ਟਾਈਮ ਕਦੇ ਕੋਈ ਡਿਲੇ ਨਹੀਂ ਹੋਈ ਪੇਮੈਂਟਸ, ਲਾਈਕ ਡੈਡਲਾਈਨ ਤੋਂ ਪਹਿਲਾਂ ਹੀ ਇਹ ਬਿੱਲ ਪੇ ਕਰ ਦਿੰਦਾ, ਉਹ ਫਿਰ ਤੁਹਾਡੀ ਜਿਹੜਾ ਮੋਨੀਟਰ ਕਰਦੇ ਨੇ ਬਿਹੇਵੀਅਰ, ਅਕੋਰਡਿੰਗਲੀ ਦੈਨ ਦੇ ਵਿਲ ਸੈਂਡ ਯੂ ਓਕੇ ਯੂ ਆਰ ਪ੍ਰੀ ਅਪਰੂਵਡ ਫॉर ਦਿਸ। ਇਹਨਾਂ ਨੂੰ ਪਤਾ ਕਿ ਇਸ ਬੰਦੇ ਨੇ ਕਦੇ ਸਪੋਜ਼ ਤੁਹਾਡੀ 10,000 ਦੀ ਲਿਮਟ ਹੈ, ਤੁਸੀਂ ਕਦੇ 2,000 ਤੋਂ ਵੱਧ ਵੀਜ਼ੇ ਦਾ ਬਿੱਲ ਹੀ ਨਹੀਂ ਆਇਆ ਤੁਹਾਡਾ, ਠੀਕ ਹੈ ਨਾ, ਦੈਨ ਦੇ ਵਿਲ ਸੈਂਡ ਯੂ ਕਿ ਓਕੇ ਜੀ ਯੂ ਆਰ ਪ੍ਰੀ ਅਪਰੂਵਡ ਫॉर ਅਨਦਰ 5,000 ਕ੍ਰੈਡਿਟ। ਸਿੱਧੂ ਸਾਹਿਬ, ਆਖਰ ਦੇ ਵਿੱਚ ਸਾਡੇ ਸਰੋਤਿਆਂ ਨੂੰ ਕੋਈ ਸੁਨੇਹਾ, ਕੋਈ ਮੈਸੇਜ ਖਾਸ ਕਰ ਇਸ ਮੌਰਗੇਜ ਸੰਬੰਧੀ ਜਿਹੜੇ ਨਿਯਮ ਬਦਲੇ ਆ ਜੀ? ਇਹਦੇ ਲਈ ਤਾਂ ਇਹੀ ਹੈ ਜੀ, ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਕਿ ਚਾਦਰ ਦੇਖ ਕੇ ਪੈਰ ਪਸਾਰੋ ਜੀ ਬਸ। ਤੇ ਜੋ ਵੀ ਤੁਸੀਂ ਕੁਆਲੀਫਾਈ ਕਰਦੇ ਹੋ ਜੋ ਉਸ ਚੀਜ਼ ਨੂੰ, ਉਸ ਚੀਜ਼ ਦੇ ਨਾਲ ਆਪਣੇ ਆਪ ਨੂੰ ਕਰੋ ਤੇ ਸਟਿਕ ਟੂ ਏ, ਲਾਈਕ ਅੱਜ ਕੱਲ੍ਹ ਹਰ ਇੱਕ ਬੰਦਾ ਹਰ ਇੱਕ ਜਗ੍ਹਾ ਤੇ ਉਹ ਕਰਦਾ ਹੈਗਾ, ਬਟ ਰਿਲੇਸ਼ਨਸ਼ਿਪ ਡੂ ਮੈਟਰ when you deal with some organization, so relationship do matters in the lifespan. Yeah. ਜੀ, ਬਹੁਤ ਬਹੁਤ ਸ਼ੁਕਰ ਸਿੱਧੂ ਸਾਹਿਬ, ਤੁਸੀਂ ਸਮਾਂ ਕੱਢਿਆ, ਮਿਹਰਬਾਨੀ। ਥੈਂਕ ਯੂ ਵੈਰੀ ਮਚ। ਥੈਂਕ ਯੂ ਜਸਕਰ। ਦੋਸਤੋ, ਅਸੀਂ ਗੱਲਬਾਤ ਕੀਤੀ ਸਰਦਾਰ ਸਿੰਘ ਸਿੱਧੂ ਹੋਰਾਂ ਨਾਲ, ਸੋ ਬਹੁਤ ਸਾਰੇ ਨੁਕਤੇ ਆ ਜਿਹੜੇ ਉਹਨਾਂ ਨੇ ਤੁਹਾਡੇ ਨਾਲ ਸਾਂਝੇ ਕੀਤੇ ਨੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਬਹੁਤ ਬਹੁਤ ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।